Good evening, everyone. Welcome to this channel, Study with Me. ਸੋ ਆਪਾਂ ਇਸ ਚੈਨਲ ਦੇ ਉੱਤੇ ਬਾਇਓ ਨਾਲ ਰਿਲੇਟਡ ਟੌਪਿਕਸ ਬਾਰੇ ਡਿਸਕਸ ਕਰਾਂਗੇ ਜੋ ਕਿ ਮਾਸਟਰ ਕੈਡਰ ਦੇ ਐਗਜ਼ਾਮ ਨਾਲ ਰਿਲੇਟਡ ਟੌਪਿਕਸ ਨੇ। ਸੋ ਸਭ ਤੋਂ ਪਹਿਲੇ ਆਪਾਂ ਮਾਸਟਰ ਕੈਡਰ ਨਾਲ ਰਿਲੇਟਡ ਜੋ ਵੀ ਐਗਜ਼ਾਮ ਦੇ ਵਿੱਚ ਟੌਪਿਕਸ ਆਉਣੇ ਹੈਗੇ ਉਹਨਾਂ ਬਾਰੇ ਗੱਲ ਕਰ ਲੈਂਦੇ ਹਾਂ। ਜਿੱਦਾਂ ਕਿ ਜ਼ੋਲੋਜੀ ਔਰ ਬੋਟਨੀ ਦੋਨੋਂ ਅਲੱਗ-ਅਲੱਗ ਸੈਕਸ਼ਨ ਆਉਂਦੇ ਹੈਗੇ ਮਾਸਟਰ ਕੈਡਰ ਦੇ ਐਗਜ਼ਾਮ ਦੇ ਵਿੱਚ। ਔਰ ਉਹਦੇ ਟੌਪਿਕਸ ਦੱਸੇ ਹੋਏ ਆ ਡਾਇਵਰਸਿਟੀ ਇਨ ਲਿਵਿੰਗ ਵਰਡਸ, ਸਟਰਕਚਰ ਆਰਗੇਨਾਈਜੇਸ਼ਨ ਇਨ ਐਨੀਮਲਸ, ਐਨੀਮਲ ਫਿਜ਼ੀਓਲੋਜੀ ਹੈ, ਰੀਪਰੋਡਕਸ਼ਨ ਹੈ, ਸੈਲ ਬਾਇਓਲੋਜੀ, ਜੈਨੇਟਿਕਸ ਹੈ, ਬਾਇਓਲੋਜੀ ਇਨ ਹਿਊਮਨ ਵੈਲਫੇਅਰ ਹੈ, ਬਾਇਓਟੈਕਨੋਲੋਜੀ ਐਂਡ ਇਟਸ ਐਪਲੀਕੇਸ਼ਨ ਹੈ, ਇਕੋਲੋਜੀ ਐਂਡ ਇਨਵਾਇਰਮੈਂਟਲ ਇਸ਼ੂਜ਼ ਹੈਗੇ ਆ। ਸੇਮ ਉੱਦਾਂ ਹੀ ਬੋਟਨੀ ਦੇ ਵਿੱਚ ਦੱਸੇ ਹੋਏ ਆ ਡਾਇਵਰਸਿਟੀ ਇਨ ਲਿਵਿੰਗ ਵਰਡਸ ਐਂਡ ਰੀਪਰੋਡਕਸ਼ਨ ਹੋ ਗਿਆ। ਪਲਾਂਟ ਫਿਜ਼ੀਓਲੋਜੀ ਤਾਂ ਚਲੋ ਜ਼ੋਲੋਜੀ ਔਰ ਬੋਟਨੀ 'ਚ ਦੋਨਾਂ 'ਚ ਅਲੱਗ ਹੈਗੀ ਹੈ। ਐਨੀਮਲ ਫਿਜ਼ੀਓਲੋਜੀ ਜ਼ੋਲੋਜੀ ਦੇ ਅੰਦਰ ਹੈ ਔਰ ਪਲਾਂਟ ਫਿਜ਼ੀਓਲੋਜੀ ਬੋਟਨੀ ਦੇ ਅੰਦਰ ਹੈ। ਬਟ ਜਿੱਦਾਂ ਸੈਲ ਬਾਇਓਲੋਜੀ, ਬਾਇਓਟੈਕਨੋਲੋਜੀ, ਇਕੋਲੋਜੀ ਜੋ ਹੋ ਗਏ, ਇਹ ਟੌਪਿਕ ਜਿਹੜੇ ਆ ਜ਼ੋਲੋਜੀ ਔਰ ਬੋਟਨੀ ਦੇ ਵਿੱਚ ਮਤਲਬ ਇੱਕੋ ਜਿਹੇ ਦਿੱਤੇ ਹੋਏ ਆ। ਬਟ ਇਹ ਸਾਰੇ ਇੱਕੋ ਜਿਹੇ ਟੌਪਿਕਸ ਨਹੀਂ ਹੈਗੇ। ਅਗਰ ਆਪਾਂ ਡਿਟੇਲਡ ਸਿਲੇਬਸ ਦੇਖੀਏ ਉਹਦੇ ਵਿੱਚ ਆਪਾਂ ਨੂੰ ਕਲੀਅਰ ਹੋਏਗਾ ਕਿ ਕਿਹੜੇ ਕਿਹੜੇ ਟੌਪਿਕਸ ਜਿਹੜੇ ਹੈਗੇ ਉਹ ਆਉਣੇ ਹੈਗੇ ਆ। ਇਹਦੇ ਵਿੱਚ ਕੁਝ ਕਲੀਅਰ ਨਹੀਂ ਹੈ ਜ਼ਿਆਦਾ। ਸੋ ਪਹਿਲੇ ਆਪਾਂ ਟੌਪਿਕਸ ਦੇਖ ਲੈਂਦੇ ਹਾਂ ਜਿਹੜੇ ਐਗਜ਼ਾਮ ਦੇ ਵਿੱਚ ਆਉਣੇ ਹੈਗੇ ਆ। ਇਹ ਜ਼ੋਲੋਜੀ ਨਾਲ ਰਿਲੇਟਡ ਟੌਪਿਕ ਹੈ। ਲਾਈਕ ਬਾਇਓਲੋਜੀ ਕੀ ਹੁੰਦੀ ਹੈਗੀ ਆ, ਹਿਊਮਨ ਬੀਇੰਗ ਦੇ ਲਈ ਉਹਦਾ ਕੀ ਫਾਇਦਾ ਹੈ, ਟੈਕਸੋਨੋਮੀ ਕੀ ਹੈ, ਐਨੀਮਲ ਕਿੰਗਡਮ ਨਾਲ ਰਿਲੇਟਡ ਦੱਸੇ ਹੋਏ ਹੈਗੇ ਆ। ਫਿਰ ਹੈ ਸਟਰਕਚਰਲ ਆਰਗੇਨਾਈਜੇਸ਼ਨ ਐਨੀਮਲਸ ਦੀ ਦੱਸੀ ਹੋਈ ਹੈਗੀ ਆ। ਐਨੀਮਲ ਫਿਜ਼ੀਓਲੋਜੀ 'ਚ ਡਾਈਜੈਸ਼ਨ, ਐਬਜ਼ੋਰਪਸ਼ਨ, ਬਰੀਦਿੰਗ, ਸਰਕੂਲੇਸ਼ਨ ਹੋ ਗਿਆ, ਐਕਸਕ੍ਰੀਸ਼ਨ, ਲੋਕੋਮੋਸ਼ਨ, ਨਿਊਰਲ ਕੰਟਰੋਲ, ਬ੍ਰੇਨ ਨਾਲ ਰਿਲੇਟਡ, ਅੱਗੇ ਹਾਰਮੋਨਸ ਨਾਲ ਰਿਲੇਟਡ, ਕੈਮੀਕਲ ਕੋਆਰਡੀਨੇਸ਼ਨ ਐਂਡ ਰੈਗੂਲੇਸ਼ਨ ਹੈ। ਨੈਕਸਟ ਟੌਪਿਕ ਹੈ ਰੀਪਰੋਡਕਸ਼ਨ। ਹਿਊਮਨ ਰੀਪਰੋਡਕਸ਼ਨ ਬਾਰੇ ਔਰ ਰੀਪਰੋਡਕਟਿਵ ਹੈਲਥ ਬਾਰੇ ਇਹਦੇ ਵਿੱਚ ਗੱਲ ਕਰਾਂਗੇ ਆਪਾਂ। ਨੈਕਸਟ ਹੈ ਸੈਲ ਬਾਇਓਲੋਜੀ, ਜੈਨੇਟਿਕਸ ਐਂਡ ਐਵੋਲਿਊਸ਼ਨ। ਇਹਦੇ ਵਿੱਚ ਐਨੀਮਲ ਸੈਲਸ ਦੀ ਸਟੱਡੀ ਹੈ ਕਿ ਐਨੀਮਲ ਸੈਲਸ ਦੇ ਅੰਦਰ ਕੀ ਕੀ ਪ੍ਰੈਜੈਂਟ ਹੁੰਦਾ, ਜਿੱਦਾਂ ਐਂਡੋਪਲਾਜ਼ਮਿਕ ਰੈਕਟੀਕੂਲਮ ਹੋ ਗਿਆ, ਗੋਲਜੀ ਆਪਰੇਟਸ ਹੋ ਗਿਆ, ਸਾਈਟੋਪਲਾਜ਼ਮ, ਮਾਈਟੋਕੌਂਡਰੀਆ, ਲਾਈਕ ਨਾ ਇਹਨਾਂ ਸਾਰਿਆਂ ਬਾਰੇ ਗੱਲ ਕੀਤੀ ਜਾਏਗੀ। ਔਰ ਸੈਲ ਡਿਵੀਜ਼ਨ ਕਿੱਦਾਂ ਹੁੰਦੀ ਹੈਗੀ ਆ ਤਾਂ ਕਿ ਅੱਗੇ ਹੋਰ ਸੈੱਲ ਬਣ ਸਕਣ, ਔਰ ਕਿਹੜੀ ਕਿਹੜੀ ਪ੍ਰੋਸੈਸ ਹੁੰਦੀ ਹੈਗੀ ਆ ਸੈਲ ਡਿਵੀਜ਼ਨ ਦੀ। ਫਿਰ ਜੈਨੇਟਿਕਸ ਨਾਲ ਰਿਲੇਟਡ ਟੌਪਿਕਸ ਹੈਗੇ ਆ, ਮੋਲੀਕੂਲਰ ਇਨਹੈਰੀਟੈਂਸ, ਜਿਹਦੇ ਵਿੱਚ ਆਪਾਂ ਜਿਹੜੇ ਜੀਨਸ ਹੈ ਉਹ ਕਿੱਦਾਂ ਬਣਦੇ ਹੈਗੇ ਆ, ਉਹ ਅੱਗੇ ਕਿੱਦਾਂ ਫੰਕਸ਼ਨ ਕਰਦੇ ਆ, DNA ਕਿੱਦਾਂ ਫਾਰਮ ਕਰਦੇ ਆ, ਤਾਂ ਕਿ ਜਿਹੜੀ ਜੈਨੇਟਿਕ ਇਨਫੋਰਮੇਸ਼ਨ ਆ ਉਹ ਇੱਕ ਜਨਰੇਸ਼ਨ ਤੋਂ ਦੂਸਰੀ ਜਨਰੇਸ਼ਨ ਤੱਕ ਕਿੱਦਾਂ ਪਾਸ ਕਰੇਗੀ। ਐਵੋਲਿਊਸ਼ਨ ਨਾਲ ਰਿਲੇਟਡ ਟੌਪਿਕ ਹੈ। ਨੈਕਸਟ ਬਾਇਓਲੋਜੀ ਐਂਡ ਹਿਊਮਨ ਵੈਲਫੇਅਰ ਦੱਸਿਆ ਹੋਇਆ ਕਿ ਬਾਇਓਲੋਜੀ ਦੇ ਰਿਗਾਰਡਿੰਗ ਕੀ ਕੀ ਉਹਦੇ ਐਸਪੈਕਟਸ ਹੈਗੇ ਆ। ਨੈਕਸਟ ਹੈ ਕਿ ਹਿਊਮਨ ਹੈਲਥ ਐਂਡ ਡਿਸੀਜ਼ਸ ਟੌਪਿਕ ਹੈ। +2 ਦਾ ਇਹ ਚੈਪਟਰ ਕਾਫੀ ਡਿਟੇਲ 'ਚ ਹੈ। ਨੈਕਸਟ BSc ਦੇ ਵਿੱਚ ਵੀ ਆ ਜਾਂਦਾ ਹੈਗਾ। ਔਰ ਇਹਦੇ ਵਿੱਚ ਅਲੱਗ-ਅਲੱਗ ਡਿਸੀਜ਼ਸ ਬਾਰੇ ਆਪਾਂ ਪੜ੍ਹਾਂਗੇ। ਉਸ ਤੋਂ ਬਾਅਦ ਕਿ ਜਿਹੜੇ ਮਾਈਕਰੋਬਸ ਹੈ, ਜਿੱਦਾਂ ਬੈਕਟੀਰੀਆ ਜਾਂ ਵਾਇਰਸ ਵਗੈਰਾ ਹੈ, ਉਹ ਇੱਕ ਤਾਂ ਉਹ ਡਿਸੀਜ਼ਸ ਫੈਲਾਉਂਦੇ ਆ, ਸਾਡੇ ਲਈ ਕੁਛ ਹੱਦ ਤੱਕ ਨੁਕਸਾਨ ਵੀ ਕਰਦੇ ਆ। ਦੂਸਰਾ ਸਾਡੇ ਲਈ ਫਾਇਦੇਮੰਦ ਕਿੱਦਾਂ ਹੈਗੇ ਆ, ਉਹ ਆਪਾਂ ਹਿਊਮਨ ਵੈਲਫੇਅਰ ਦੇ ਵਿੱਚ ਪੜ੍ਹਾਂਗੇ। ਨੈਕਸਟ ਹੈ ਬਾਇਓਟੈਕਨੋਲੋਜੀ ਐਂਡ ਇਟਸ ਐਪਲੀਕੇਸ਼ਨਸ, ਕਿ ਜਿੱਦਾਂ ਨਿਊ ਜੀਨਸ ਪ੍ਰੋਡਿਊਸ ਕੀਤੇ ਜਾਂਦੇ ਹੈਗੇ ਆ, ਜੀਨਸ ਨੂੰ ਮੋਡੀਫਾਈ ਕੀਤਾ ਜਾਂਦਾ ਹੈਗਾ ਆ, ਉਹਨਾਂ ਦੇ ਕੀ ਫਾਇਦੇ ਹੈਗੇ ਆ, ਉਹ ਇਸ ਯੂਨਿਟ ਦੇ ਵਿੱਚ ਆਉਣਗੇ। ਇਕੋਲੋਜੀ ਐਂਡ ਇਨਵਾਇਰਮੈਂਟਲ ਇਸ਼ੂਜ਼ ਦੇ ਵਿੱਚ ਆਉਂਦਾ ਹੈ ਕਿ ਔਰਗੈਨਿਜ਼ਮਸ ਇਨਵਾਇਰਮੈਂਟ ਨਾਲ ਕਿੱਦਾਂ ਇੰਟਰੈਕਟ ਕਰਦੇ ਆ, ਪੋਪੂਲੇਸ਼ਨ ਕਿਸ ਤਰੀਕੇ ਨਾਲ ਗਰੋਥ ਕਰਦੀ ਹੈਗੀ ਆ, ਪੋਪੂਲੇਸ਼ਨ ਰਿਲੇਟਡ ਜਾਂ ਹੋਰ ਈਵਨ ਪੋਲਿਊਸ਼ਨ ਰਿਲੇਟਡ ਹੋਰ ਕਿਹੜੀਆਂ ਕਿਹੜੀਆਂ ਪ੍ਰੋਬਲਮਸ ਹੈ ਜਾਂ ਇਸ਼ੂਜ਼ ਹੈਗੇ ਆ। ਫਿਰ ਬਾਇਓਡਾਇਵਰਸਿਟੀ ਕੀ ਹੈਗੀ ਆ, ਅਲੱਗ-ਅਲੱਗ ਔਰਗੈਨਿਜ਼ਮਸ ਨੂੰ ਕਿੱਦਾਂ ਬਚਾਇਆ ਜਾ ਸਕਦਾ, ਅਗਰ ਉਹਨਾਂ ਦੀ ਮਤਲਬ ਜਿਹੜੀਆਂ ਸਪੀਸ਼ੀਜ਼ ਉਹ ਖ਼ਤਮ ਹੋ ਰਹੀਆਂ ਤਾਂ ਉਹਨਾਂ ਨੂੰ ਕਿੱਦਾਂ ਕੰਜ਼ਰਵ ਕੀਤਾ ਜਾ ਸਕਦਾ ਆ। ਬੋਟਨੀ ਦੇ ਵਿੱਚ ਇਹਨਾਂ ਨੇ ਸਿਸਟਮੈਟਿਕਸ, ਟੈਕਸੋਨੋਮੀ ਦੱਸ ਦਿੱਤਾ ਹੋਇਆ। ਫਿਰ ਸਾਰੇ ਕਿੰਗਡਮਸ ਦੇ ਬਾਰੇ ਦੱਸ ਦਿੱਤਾ। ਟੋਟਲ 5 ਕਿੰਗਡਮਸ ਹੁੰਦੇ ਆ, ਉਹਨਾਂ ਦੇ ਵਿੱਚੋਂ ਪ੍ਰੋਟਿਸਟਾ, ਮੋਨੇਰਾ, ਫੰਜਾਈ ਉਹ ਇਹਦੇ ਵਿੱਚ ਆ ਗਿਆ। ਜਿਮਨੋਸਪਰਮ, ਐਂਜੀਓਸਪਰਮ, ਪਲਾਂਟ ਜੋ ਕਿੰਗਡਮ ਹੈ ਉਹ ਵੀ ਇਹਦੇ ਅੰਡਰ ਆ ਗਿਆ। +1 ਦੇ ਜਿਹੜੇ ਟੌਪਿਕਸ ਹੁੰਦੇ ਆ, ਪਹਿਲੇ 3 ਚੈਪਟਰ ਉਹ ਸਾਰੇ ਇਹਦੇ ਵਿੱਚ ਹੀ ਆ ਗਏ ਹੋਏ ਹੈ। ਔਰ 4th ਚੈਪਟਰ ਜਿਹੜਾ ਉਹ ਐਨੀਮਲ ਕਿੰਗਡਮ ਵਾਲਾ ਉਹ ਆਪਣੀ ਜ਼ੋਲੋਜੀ ਦੇ ਵਿੱਚ ਚਲਾ ਗਿਆ। ਨੈਕਸਟ ਹੈ ਸਟਰਕਚਰਲ ਆਰਗੇਨਾਈਜੇਸ਼ਨ ਇਨ ਪਲਾਂਟਸ।
ਹੁਣ ਆਪਾਂ ਪਲਾਂਟਸ ਦੇ ਵਿੱਚ ਗੱਲ ਕਰਨੀ ਕਿ ਪਲਾਂਟਸ ਦੇ ਟਿਸ਼ੂਜ਼ ਕਿਹੜੇ ਹੁੰਦੇ ਹੈਗੇ ਆ, ਕਿਸ ਤਰੀਕੇ ਨਾਲ ਉਹਨਾਂ ਟਿਸ਼ੂਜ਼ ਦੇ ਥਰੂ ਪਲਾਂਟਸ ਦੀ ਗਰੋਥ ਹੁੰਦੀ ਹੈਗੀ ਔਰ ਕਿਹਨਾਂ ਰੀਜਨਸ ਦੇ ਵਿੱਚ ਗਰੋਥ ਹੁੰਦੀ ਆ। ਫਿਰ ਫੈਮਲੀਜ਼ ਕਿਹੜੀਆਂ ਹੈਗੀਆਂ ਆ ਪਲਾਂਟਸ ਦੀਆਂ। ਫਿਰ ਹੈ ਪਲਾਂਟ ਫਿਜ਼ੋਲੋਜੀ ਕਿ ਪਲਾਂਟਸ ਦੇ ਵਿੱਚ ਟਰਾਂਸਪੋਰਟੇਸ਼ਨ ਕਿੱਦਾਂ ਚੱਲਦੀ, ਪਲਾਂਟਸ ਆਪਣਾ ਫੂਡ ਕਿੱਦਾਂ ਲੈਂਦੇ ਹੈਗੇ ਆ, ਪਲਾਂਟ ਫੋਟੋਸਿੰਥੇਸਿਸ ਕਰਕੇ ਇਨਵਾਇਰਮੈਂਟ 'ਚ ਆਕਸੀਜਨ ਕਿੱਦਾਂ ਛੱਡਦੇ ਹੈਗੇ ਆ, ਰੈਸਪੀਰੇਸ਼ਨ ਉਹਨਾਂ ਦੇ ਵਿੱਚ ਕਿੱਦਾਂ ਹੁੰਦੀ ਹੈਗੀ ਆ, ਉਹਨਾਂ ਦੀ ਮੂਵਮੈਂਟਸ ਕਿੱਦਾਂ ਹੁੰਦੀਆਂ। ਜਿੱਦਾਂ ਆਪਾਂ ਤਾਂ ਚਲੋ ਚੱਲ ਫਿਰ ਸਕਦੇ ਹੈਗੇ ਆ ਬਟ ਪਲਾਂਟਸ ਤਾਂ ਨਹੀਂ ਚੱਲ ਫਿਰ ਸਕਦੇ, ਸੋ ਉਹਨਾਂ ਦੇ ਵਿੱਚ ਕਿਸ ਤਰੀਕੇ ਨਾਲ ਮੂਵਮੈਂਟਸ ਹੁੰਦੀਆਂ। ਨੈਕਸਟ ਹੈ ਰੀਪਰੋਡਕਸ਼ਨ, ਪਲਾਂਟਸ ਦੇ ਵਿੱਚ ਕਿੱਦਾਂ ਰੀਪਰੋਡਕਸ਼ਨ ਹੁੰਦੀ ਆ, ਬੇਸਿਕਲੀ ਏਸੈਕਸ਼ੁਅਲ ਮੈਥਡ ਦੇ ਥਰੂ ਹੁੰਦੀ ਆ। ਉਸ ਤੋਂ ਬਾਅਦ ਕਿ ਅਗਰ ਪਲਾਂਟਸ ਹੈਗੇ ਆ ਫਲਾਵਰਿੰਗ ਪਲਾਂਟਸ ਹੈ ਉਹਨਾਂ 'ਚ ਸੈਕਸ਼ੁਅਲ ਰੀਪਰੋਡਕਸ਼ਨ ਕਿੱਦਾਂ ਹੁੰਦੀ ਹੈਗੀ ਆ। ਫਿਰ ਸੈਲ ਬਾਇਓਲੋਜੀ ਪਲਾਂਟਸ ਦੀ ਅਲੱਗ ਹੈਗੀ ਆ ਕਿ ਪਲਾਂਟਸ ਦੇ ਵਿੱਚ ਮਤਲਬ ਪਾਰਟ ਤਾਂ ਉਹੀ ਹੈਗੇ ਆ ਕਿ ਐਂਡੋਪਲਾਜ਼ਮਿਕ ਰੈਕਟੀਕੂਲਮ ਪਲਾਂਟਸ 'ਚ ਵੀ ਹੈਗਾ ਆ, ਗੋਲਜੀ ਐਪੀਟਸ ਪਲਾਂਟਸ 'ਚ ਵੀ ਹੈਗਾ, ਬਟ ਉਹ ਕੰਮ ਤਾਂ ਕੁਛ ਅਲੱਗ ਤਰੀਕੇ ਨਾਲ ਕਰਦਾ ਨਾ, ਕਿਉਂਕਿ ਪਲਾਂਟਸ ਦੇ ਵਿੱਚ ਹੋਰ ਵੀ ਕਈ ਸਾਰੇ ਪਾਰਟਸ ਹੁੰਦੇ ਆ ਜਿਹੜੇ ਇਨਕਲੂਡ ਹੁੰਦੇ ਆ ਉਹਨਾਂ ਦੀ ਸੈਲ ਬਾਇਓਲੋਜੀ ਦੇ ਵਿੱਚ। ਜਿੱਦਾਂ ਆਪਣੇ ਅੰਦਰ ਤਾਂ ਸੈਲੂਲੋਜ਼ ਦੀ ਲੇਅਰ ਨਹੀਂ ਹੁੰਦੀ ਹੈਗੀ, ਸੈਲ ਵਾਲ ਨਹੀਂ ਹੁੰਦੀ, ਬਟ ਪਲਾਂਟਸ ਦੇ ਵਿੱਚ ਹੁੰਦੀ ਆ। ਸੋ ਉਹ ਐਡੀਸ਼ਨਲ ਫੰਕਸ਼ਨਸ ਆ ਜੋ ਆਪਾਂ ਬੋਟਨੀ ਦੇ ਵਿੱਚ ਅਲੱਗ ਪੜ੍ਹਨੇ ਹੈਗੇ ਆ। ਸੋ ਪਲਾਂਟਸ ਔਰ ਐਨੀਮਲਸ ਨਾਲ ਰਿਲੇਟਿਡ ਟੋਪਿਕ ਸਾਰੇ ਅਲੱਗ ਹੈ, ਸੇਮ ਨਹੀਂ ਹੈ। ਹਾਂ ਨੈਕਸਟ ਮੋਲੀਕੂਲਰ ਇਨਹੈਰੀਟੈਂਸ, ਇਹ ਜ਼ਰੂਰ ਸੇਮ ਹੈਗਾ ਕਿਉਂਕਿ ਇਹ ਪਲਾਂਟਸ ਦੇ ਵਿੱਚ ਆਪਾਂ ਇਹਨਾਂ ਦੀ ਸਟੱਡੀ ਨਹੀਂ ਕਰਦੇ ਹੈਗੇ। ਸੋ ਇੱਥੇ ਤੱਕ ਜਿਹੜੇ ਆਪਣੇ ਟੋਪਿਕਸ ਹੈ ਉਹ ਸਭ ਅਲੱਗ ਹੈਗੇ ਆ। ਸੋ ਆਪਾਂ ਇਹਨਾਂ ਬਾਰੇ ਜਲਦੀ ਹੀ ਇਹਨਾਂ ਨਾਲ ਰਿਲੇਟਿਡ ਵੀਡੀਓਜ਼ ਜਿਹੜੀਆਂ ਹੈਗੀਆਂ ਅਪਲੋਡ ਕਰਾਂਗੇ। ਸੋ ਥੈਂਕਸ ਫॉर ਵਾਚਿੰਗ ਦ ਵੀਡੀਓ।